ਸਤਿ ਸ਼੍ਰੀ ਅਕਾਲ ਪੀਐਨਸੀਐਨ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਕੈਨੇਡਾ ਭਰ ਵਿੱਚ ਕਿਉਂ ਤੇ ਕਿਵੇਂ ਮਨਾਇਆ ਜਾ ਰਿਹਾ ਹੈ ਥੈਂਕਸ ਗਿਵਿੰਗ, ਇਸ ਦੇ ਬਾਰੇ ਦੱਸਾਂਗੇ ਤੇ ਨਾਲ ਹੀ ਜਸਟਿਨ ਟਰੂਡੋ ਨੇ ਅੱਜ ਕਿਸ ਦੇ ਨਾਲ ਮੁਲਾਕਾਤ ਕੀਤੀ, ਇਸ ਦੀ ਵੀ ਜਾਣਕਾਰੀ ਦਵਾਂਗੇ। ਕੈਨੇਡਾ ਭਰ ਵਿੱਚ ਨਵੀਆਂ ਨੌਕਰੀਆਂ ਦੇ ਬਾਰੇ ਤਾਜ਼ਾ ਅੱਜ ਜਾਣਕਾਰੀ ਜੋ ਜਾਰੀ ਹੋਈ ਹੈ, ਇਸ ਦੇ ਬਾਰੇ ਵੀ ਦੱਸਾਂਗੇ। ਐਲਬਰਟਾ ਵਿੱਚ ਜਾਨਲੇਵਾ ਸੜਕ ਹਾਦਸਾ, 2 ਮੌਤਾਂ। ਸਰੀ ਵਿੱਚ ਇੱਕ ਇਮਾਰਤ ਨੂੰ ਲੱਗੀ ਭਿਆਨਕ ਅੱਗ। ਟੋਰਾਂਟੋ ਵਿੱਚ ਅੱਜ ਫਿਰ ਗੋਲੀਆਂ ਚੱਲੀਆਂ, 2 ਜਣਿਆਂ ਦੇ ਲੱਗੀਆਂ ਗੋਲੀਆਂ। ਇਸ ਦੇ ਨਾਲ ਹੀ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਜਿਵੇਂ ਕਿ ਇਹ ਕੈਨੇਡਾ ਦੇ ਵਿੱਚ ਲੌਂਗ ਵੀਕਐਂਡ ਹੈ, ਥੈਂਕਸ ਗਿਵਿੰਗ ਵੀਕਐਂਡ ਹੈ ਇਹ, ਜਿਸ ਦੇ ਵਿੱਚ ਥੈਂਕਸ ਗਿਵਿੰਗ ਹੈ ਜੋ ਦਰਅਸਲ ਧੰਨਵਾਦ ਕਹਿਣਾ, ਯਾਨੀ ਕਿ ਇਹ ਦਿਨ ਸਨ 1621 ਤੋਂ ਅਮਰੀਕਾ ਤੇ ਕੈਨੇਡਾ ਵਿੱਚ ਮਨਾਇਆ ਜਾ ਰਿਹਾ ਅਜਿਹਾ ਮੰਨਿਆ ਜਾਂਦਾ ਹੈ। ਦਰਅਸਲ ਇਸ ਦੇ ਪਿੱਛੇ ਕਾਰਨ ਇਹ ਹੈ ਕਿ ਇਸ ਮਹੀਨੇ ਤੱਕ ਵਾਢੀ ਹੋ ਜਾਂਦੀ ਹੈ ਫਸਲਾਂ ਦੀ। ਫਸਲਾਂ ਪੱਕਣ ਤੋਂ ਬਾਅਦ ਜਿਹੜੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ ਤਾਂ ਉਸ ਦੇ ਵਿੱਚ ਇੱਕ ਦੂਜੇ ਦਾ ਧੰਨਵਾਦ ਕਿਹਾ ਜਾਂਦਾ ਹੈ। ਇਸ ਦੇ ਵਾਸਤੇ ਇਹ ਦਿਨ ਮਨਾਉਣਾ ਸ਼ੁਰੂ ਕੀਤਾ ਗਿਆ ਸੀ ਤੇ ਇਸ ਸਮੇਂ ਅਮਰੀਕਾ ਦੇ ਵਿੱਚ ਥੈਂਕਸ ਗਿਵਿੰਗ ਹੈ ਜੋ ਉਹ ਨਵੰਬਰ ਦੇ ਚੌਥੇ ਵੀਰਵਾਰ ਨੂੰ ਮਨਾਇਆ ਜਾਂਦਾ ਹੈ ਹਰ ਸਾਲ। ਤੇ ਇਸ ਦੇ ਨਾਲ ਹੀ ਕੈਨੇਡਾ ਦੇ ਵਿੱਚ ਥੈਂਕਸ ਗਿਵਿੰਗ ਅਕਤੂਬਰ ਦੇ ਦੂਜੇ ਸੋਮਵਾਰ ਨੂੰ ਮਨਾਇਆ ਜਾਂਦਾ ਹੈ ਹਰ ਸਾਲ। ਤੇ ਇਸ ਸਮੇਂ ਜਿਵੇਂ ਕਿ ਕੈਨੇਡਾ ਵਿੱਚ ਲੌਂਗ ਵੀਕਐਂਡ ਹੈ, ਸ਼ਨੀਵਾਰ ਐਤਵਾਰ ਤੇ ਸੋਮਵਾਰ ਦੀ ਛੁੱਟੀ ਹੈ, ਤਾਂ ਇਸ ਦੌਰਾਨ ਜਿੰਨੇ ਵੀ ਪਰਿਵਾਰ ਨੇ, ਦੋਸਤ ਮਿੱਤਰ ਨੇ, ਇੱਕ ਦੂਜੇ ਨੂੰ ਮਿਲਦੇ ਨੇ, ਹਰ ਚੀਜ਼ ਦੇ ਵਾਸਤੇ ਧੰਨਵਾਦ ਕਹਿੰਦੇ ਨੇ। ਚਾਹੇ ਉਹਨਾਂ ਨੇ ਪਰਮਾਤਮਾ ਦਾ ਧੰਨਵਾਦ ਕਰਨਾ ਹੋਵੇ, ਦੋਸਤਾਂ ਮਿੱਤਰਾਂ ਦਾ, ਆਪਣੇ ਪਰਿਵਾਰ ਦਾ, ਤਾਂ ਇਸ ਮੌਕੇ ਇੱਕ ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕਰਦੇ ਨੇ, ਇੱਕ ਦੂਜੇ ਨਾਲ ਮਿਲ ਕੇ ਭੋਜਨ ਸਾਂਝਾ ਕਰਦੇ ਨੇ ਤੇ ਇੱਕ ਦੂਜੇ ਨੂੰ ਧੰਨਵਾਦ ਕਹਿੰਦੇ ਨੇ। ਥੈਂਕਸ ਗਿਵਿੰਗ ਇਸੇ ਨੂੰ ਲੈ ਕੇ ਜੋ ਮਨਾਇਆ ਜਾਂਦਾ ਹੈ ਤੇ ਕੈਨੇਡਾ ਦੇ ਵਿੱਚ ਇਸ ਸਮੇਂ ਇਹ ਮਨਾਇਆ ਜਾ ਰਿਹਾ ਹੈ। ਤੇ ਵੀਕਐਂਡ ਦੇ ਉੱਤੇ ਇੱਕ ਦੂਜੇ ਨੂੰ ਜਦੋਂ ਮਿਲਣਾ ਹੈ, ਖਾਸ ਤੌਰ ਦੇ ਉੱਤੇ ਸਿਹਤ ਹਦਾਇਤਾਂ ਦਾ ਵੀ ਧਿਆਨ ਰੱਖਿਆ ਜਾਵੇ। ਇਸ ਨੂੰ ਲੈ ਕੇ ਵੀ ਕੈਨੇਡਾ ਸਰਕਾਰ ਤੇ ਨਾਲ ਹੀ ਸੂਬਾ ਸਰਕਾਰਾਂ ਦੇ ਵੱਲੋਂ ਲੋਕਾਂ ਨੂੰ ਯਾਦ ਵੀ ਦਿਵਾਇਆ ਜਾ ਰਿਹਾ ਹੈ ਤੇ ਇਸ ਸਮੇਂ ਇੱਕ ਦੂਜੇ ਨਾਲ ਲੋਕਾਂ ਦੇ ਵੱਲੋਂ ਖੁਸ਼ੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਤੇ ਇਸੇ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖੁਸ਼ੀਆਂ ਸਾਂਝੀਆਂ ਕਰਨ ਦੇ ਵਾਸਤੇ ਰਿਫਿਊਜੀਆਂ ਦੇ ਇੱਕ ਪਰਿਵਾਰ ਦੇ ਕੋਲ ਪਹੁੰਚੇ ਜੋ ਕਿ ਹੁਣੇ ਅਫਗਾਨਿਸਤਾਨ ਤੋਂ ਆਏ ਨੇ। ਜਦੋਂ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਕਾਬਜ਼ ਹੋ ਗਿਆ ਤਾਂ ਉਸ ਸਮੇਂ ਜਿਹੜੇ ਪਰਿਵਾਰ ਕੱਢੇ ਗਏ ਉੱਥੇ ਤੋਂ ਤੇ ਕੈਨੇਡਾ ਵਿੱਚ ਪਹੁੰਚੇ, ਉਹਨਾਂ ਵਿੱਚੋਂ ਹੀ ਇੱਕ ਪਰਿਵਾਰ ਹੈ ਜੋ ਕਿ ਉਬੈਦੁੱਲਾ ਰਹੀਮੀ ਦਾ ਪਰਿਵਾਰ ਹੈ, ਜਿਸ ਦੇ ਵਿੱਚ ਉਸੇ 2 ਛੋਟੇ ਬੱਚੇ ਤੇ ਪਤਨੀ, ਜਿਨ੍ਹਾਂ ਦੇ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੁਲਾਕਾਤ ਕੀਤੀ, ਜਿਨ੍ਹਾਂ ਦੇ ਲਈ ਤੋਹਫੇ ਵੀ ਵਲੰਟੀਅਰਸ ਦੇ ਵੱਲੋਂ ਤਿਆਰ ਕੀਤੇ ਗਏ ਸਨ ਥੈਂਕਸ ਗਿਵਿੰਗ ਦੇ ਮੌਕੇ। ਉਹ ਤੋਹਫੇ ਇਸ ਦੌਰਾਨ ਇਸ ਪਰਿਵਾਰ ਨੂੰ ਦਿੱਤੇ ਗਏ। ਤੁਹਾਨੂੰ ਦੱਸ ਦਈਏ ਕਿ ਰਹੀਮੀ ਕੈਨੇਡੀਅਨ ਅੰਬੈਸੀ ਦੇ ਵਾਸਤੇ ਕਾਬੁਲ ਦੇ ਵਿੱਚ ਕੰਮ ਕਰਦੇ ਸਨ। ਸਾਲ 2008 ਤੋਂ ਉਹ ਕੰਮ ਕਰ ਰਹੇ ਸੀ, ਜਿਨ੍ਹਾਂ ਨੂੰ ਪਰਿਵਾਰ ਸਮੇਤ ਸੁਰੱਖਿਅਤ ਉੱਥੇ ਤੋਂ ਕੱਢਿਆ ਗਿਆ ਤੇ ਕੈਨੇਡਾ ਵਿੱਚ ਨਵੀਂ ਜ਼ਿੰਦਗੀ ਹੁਣ ਸ਼ੁਰੂ ਕਰ ਰਹੇ ਨੇ। ਨਵੀਂ ਜ਼ਿੰਦਗੀ ਸ਼ੁਰੂ ਕੀਤੇ ਜਾਣ ਨੂੰ ਲੈ ਕੇ ਹੀ ਜਸਟਿਨ ਟਰੂਡੋ ਦੇ ਵੱਲੋਂ ਇੱਥੇ ਜ਼ਿਕਰ ਕੀਤਾ ਗਿਆ ਪਰਿਵਾਰਾਂ ਦਾ। ਇੱਥੇ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਵੱਲੋਂ ਵਾਅਦਾ ਕੀਤਾ ਗਿਆ ਕਿ 40,000 ਅਫਗਾਨ ਰਿਫਿਊਜੀਆਂ ਨੂੰ ਪਨਾਹ ਦੇਣਗੇ, ਜਿਸ ਦੇ ਵਿੱਚ ਮੁੜ ਤੋਂ ਵਸੇਬਾ ਹੋਵੇਗਾ ਕਿ ਅਫਗਾਨ ਰਿਫਿਊਜੀ ਨੇ ਜੋ ਆਪਣੀ ਨਵੀਂ ਜ਼ਿੰਦਗੀ ਕੈਨੇਡਾ ਦੇ ਵਿੱਚ ਸ਼ੁਰੂ ਕਰ ਸਕਣਗੇ। ਜਦੋਂ ਤੋਂ ਤਾਲਿਬਾਨ ਅਫਗਾਨਿਸਤਾਨ ਦੇ ਉੱਤੇ ਕਾਬਜ਼ ਹੋਇਆ, ਉਦੋਂ ਤੋਂ 1,000 ਜਣਿਆਂ ਨੂੰ ਉੱਥੇ ਤੋਂ ਕੱਢਿਆ ਗਿਆ ਜੋ ਕਿ ਕੈਨੇਡਾ ਦੇ ਵਿੱਚ ਪਹੁੰਚੇ ਨੇ। ਇਸ ਤਰ੍ਹਾਂ ਲਈ ਅੱਗੇ ਜਾਣਕਾਰੀ ਹੈ ਜੋ ਸਟੈਟਿਸਟਿਕਸ ਕੈਨੇਡਾ ਵਿਭਾਗ ਹੈ, ਉਹਨਾਂ ਨੇ ਤਾਜ਼ਾ ਅੰਕੜੇ ਜਾਰੀ ਕੀਤੇ ਨੇ ਕੈਨੇਡਾ ਭਰ ਵਿੱਚ ਨਵੀਆਂ ਨੌਕਰੀਆਂ ਦੇ ਬਾਰੇ। ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ, ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਸਤੰਬਰ ਮਹੀਨੇ 1,67,000 ਨਵੀਆਂ ਨੌਕਰੀਆਂ ਆਈਆਂ ਨੇ, ਜੋ ਕਿ ਕੈਨੇਡਾ ਦੀ ਆਰਥਿਕਤਾ ਦੇ ਵਿੱਚ ਜੁੜੀਆਂ ਨਵੀਆਂ ਨੌਕਰੀਆਂ ਨੇ, ਜਿਸ ਦੇ ਨਾਲ ਆਰਥਿਕਤਾ ਦੇ ਵਿੱਚ ਸੁਧਾਰ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਦੇ ਬਾਰੇ ਕ੍ਰਿਸਟੀਆ ਫਰੀਲੈਂਡ ਤੇ ਨਾਲ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਦਾਅਵਾ ਕੀਤਾ ਗਿਆ ਹੈ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਗਿਣਤੀ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਹੈ। ਜੋ ਇਸ ਸਮੇਂ ਕੋਵਿਡ-19 ਦੇ ਦੌਰਾਨ ਹਾਲਾਤ ਬਣੇ ਹੋਏ ਸਨ ਤੇ ਕੋਵਿਡ-19 ਤੋਂ ਪਹਿਲਾਂ ਜਿਸ ਤਰ੍ਹਾਂ ਇਹ ਅੰਕੜੇ ਸਾਹਮਣੇ ਆਉਂਦੇ ਸਨ, ਕੁਝ ਉਸ ਦੇ ਬਰਾਬਰ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ। ਜਿਸ ਵਿੱਚ ਦੱਸਿਆ ਗਿਆ ਹੈ ਕਿ ਬੇਰੁਜ਼ਗਾਰੀ ਦਰ 6.9% ਤੱਕ ਰਹਿ ਗਈ ਹੈ, ਜੋ ਕਿ ਕਾਫੀ ਜ਼ਿਆਦਾ ਘੱਟ ਹੋਈ ਹੈ ਕੋਵਿਡ-19 ਦੇ ਦੌਰਾਨ ਜੋ ਹਾਲਾਤ ਬਣੇ ਸਨ ਉਸ ਤੋਂ ਬਾਅਦ। ਪਰ ਇਸ ਸਮੇਂ ਇਹ ਵੀ ਹੈ ਕਿ ਕੈਨੇਡਾ ਦੇ ਵਿੱਚ ਕੋਵਿਡ-19 ਤੋਂ ਪਹਿਲਾਂ ਬੇਰੁਜ਼ਗਾਰੀ ਦਰ 5.6 ਤੱਕ ਸੀ, ਜੋ ਕਿ ਮਾਰਚ, ਅਪ੍ਰੈਲ ਤੇ ਮਈ 2020 ਦੇ 13.7 ਤੱਕ ਪਹੁੰਚ ਗਈ ਸੀ। ਪਰ ਇਸ ਸਮੇਂ ਇਹ ਬੇਰੁਜ਼ਗਾਰੀ ਦਰ ਹੈ ਜੋ ਲਗਾਤਾਰ ਹੇਠਾਂ ਆ ਰਹੀ ਹੈ ਤੇ ਇਸ ਸਮੇਂ 6.9 ਤੱਕ ਪਹੁੰਚ ਗਈ ਹੈ, ਜਿਸ ਦੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਇਸ ਮੌਕੇ ਇਹ ਵੀ ਹੈ ਕਿ ਕੈਨੇਡਾ ਭਰ ਵਿੱਚ ਇਸ ਸਮੇਂ ਨੌਕਰੀਆਂ ਕਾਫੀ ਜ਼ਿਆਦਾ ਮੌਜੂਦ ਨੇ, ਜਿਸ ਦੀ ਜੋ ਗਿਣਤੀ ਵੀ ਸਾਹਮਣੇ ਆ ਰਹੀ ਹੈ। ਤਾਂ ਇਸ ਮੌਕੇ ਵਪਾਰੀਆਂ ਦੇ ਜੋ ਸੰਗਠਨ ਨੇ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਉਹ ਕਾਮਿਆਂ ਦੀ ਕਮੀ ਦੇ ਕਰਕੇ ਵੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਨੇ, ਜਿਸ ਲਈ ਮਦਦ ਦੀ ਮੰਗ ਉਹਨਾਂ ਦੇ ਵੱਲੋਂ ਸਰਕਾਰਾਂ ਤੋਂ ਕੀਤੀ ਜਾ ਰਹੀ ਹੈ। ਅੱਗੇ ਤੁਹਾਨੂੰ ਦੱਸ ਦਈਏ ਕਿ ਅੱਜ ਡੈਲਟਾ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਦੇ ਬਾਰੇ ਡੈਲਟਾ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਨੇ ਦੱਸਿਆ ਕਿ 8700 ਬਲਾਕ ਤੇ ਲੈਡਨਰ ਟਰੰਕ ਰੋਡ ਦੇ ਉੱਤੇ ਦੁਪਹਿਰ ਨੂੰ 1 ਵਜੇ ਦੇ ਕਰੀਬ ਅਕਤੂਬਰ 9 ਨੂੰ ਇਹ ਹਾਦਸਾ ਵਾਪਰਿਆ। ਜਦੋਂ ਪੁਲਿਸ ਅਧਿਕਾਰੀ ਮੌਕੇ ਦੇ ਉੱਤੇ ਪਹੁੰਚੇ ਤਾਂ ਉੱਥੇ ਇੱਕ ਵਾਹਨ ਹਾਦਸੇ ਦਾ ਸ਼ਿਕਾਰ ਹੋਇਆ ਸੀ, ਜਿਸ ਦੇ ਵਿੱਚ ਇੱਕ ਮੋਟਰਸਾਈਕਲ ਸ਼ਾਮਲ ਸੀ ਤੇ ਮੋਟਰਸਾਈਕਲ ਚਲਾਉਣ ਵਾਲੇ ਨੂੰ ਇਲਾਜ ਦੇਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਸਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਡੈਲਟਾ ਦਾ ਰਹਿਣ ਵਾਲਾ 25 ਸਾਲਾ ਨੌਜਵਾਨ ਹੈ, ਜਿਸ ਨੇ ਇਸ ਹਾਦਸੇ ਦੇ ਵਿੱਚ ਦਮ ਤੋੜ ਦਿੱਤਾ। ਪੁਲਿਸ ਅਧਿਕਾਰੀਆਂ ਦੇ ਵੱਲੋਂ ਪਰਿਵਾਰ ਦੇ ਵਾਸਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ, ਜਿਨ੍ਹਾਂ ਨੇ ਕਿਹਾ ਕਿ ਹਾਦਸੇ ਦੇ ਬਾਰੇ ਉਹ ਜਾਂਚ ਕਰ ਰਹੇ ਨੇ ਤੇ ਇਸ ਦੇ ਬਾਰੇ ਹੋਰ ਜਾਣਕਾਰੀ ਸਾਂਝੀ ਕਰਨਗੇ। ਤੇ ਇਸ ਨਾਲ ਹੀ ਅਲਬਰਟਾ ਦੇ ਵਿੱਚ ਵੀ ਇੱਕ ਭਿਆਨਕ ਸੜਕ ਹਾਦਸਾ ਕੱਲ ਰਾਤ ਵਾਪਰਿਆ, ਉਸ ਦੇ ਬਾਰੇ ਦੱਸਾਂਗੇ। ਅਲਬਰਟਾ ਦੇ ਅਲਟਾ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਆਰਸੀਐਮਪੀ ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ 11 ਵਜੇ ਦੇ ਕਰੀਬ ਦਾ ਸਮਾਂ ਸੀ ਜਦੋਂ ਪੁਲਿਸ ਅਧਿਕਾਰੀਆਂ ਨੂੰ ਹਾਦਸੇ ਦੇ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਦੇ ਵਿੱਚ ਇੱਕੋ ਵਾਹਨ ਹਾਦਸੇ ਦਾ ਸ਼ਿਕਾਰ ਹੋਇਆ, ਜੋ ਕਿ ਹਾਈਵੇ 814 ਤੇ ਟਾਊਨਸ਼ਿਪ ਰੋਡ 475 ਦੇ ਉੱਤੇ ਸ਼ਹਿਰ ਤੋਂ ਉੱਤਰੀ ਖੇਤਰ ਦੇ ਵਾਲੇ ਹਾਦਸਾ ਵਾਪਰਿਆ। ਹਾਦਸੇ ਦੌਰਾਨ ਗੱਡੀ ਦੇ ਵਿੱਚ 5 ਜਣੇ ਮੌਜੂਦ ਸੀ, ਜਿਨ੍ਹਾਂ ਵਿੱਚੋਂ 2 ਨੇ ਮੌਕੇ ਦੇ ਉੱਤੇ ਦਮ ਤੋੜ ਦਿੱਤਾ। ਉਹਨਾਂ ਦੇ ਵਿੱਚੋਂ 3 ਜਣਿਆਂ ਨੂੰ ਐਡਮੰਟਨ ਖੇਤਰ ਦੇ ਇੱਕ ਹਸਪਤਾਲ 'ਚ ਪਹੁੰਚਾਇਆ ਗਿਆ ਏਅਰ ਐਂਬੂਲੈਂਸ ਰਾਹੀਂ, ਜਿਨ੍ਹਾਂ ਦੀ ਹਾਲਤ ਗੰਭੀਰ ਤਾਂ ਹੈ ਪਰ ਖਤਰੇ ਤੋਂ ਬਾਹਰ ਹੈ। ਫਿਲਹਾਲ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਹਾਦਸੇ ਦੇ ਕਾਰਨ ਦੇ ਬਾਰੇ ਪਤਾ ਤਾਂ ਨਹੀਂ ਲੱਗਿਆ, ਪਰ ਉਹ ਮਾਮਲੇ ਦੀ ਜਾਂਚ ਕਰ ਰਹੇ ਨੇ। ਪਰ ਇਸ ਦੌਰਾਨ 2 ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ। ਇਸ ਨਾਲ ਹੀ ਅਗਲੀ ਖਬਰ ਟੋਰਾਂਟੋ ਤੋਂ ਹੈ, ਜਿੱਥੇ ਕਿ ਸ਼ਨੀਵਾਰ ਦੀ ਰਾਤ ਨੂੰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ। ਰਾਤ ਦੇ 11 ਵਜੇ ਦੇ ਕਰੀਬ ਦਾ ਸਮਾਂ ਸੀ ਜਦੋਂ ਪੁਲਿਸ ਅਧਿਕਾਰੀਆਂ ਨੂੰ ਥੌਰਨਕਲਿਫ ਪਾਰਕ ਦੇ ਕੋਲ ਬੁਲਾਇਆ ਗਿਆ, ਜਿੱਥੇ ਕਿ ਇੱਕ ਨਾਬਾਲਗ ਨੌਜਵਾਨ ਹੈ ਜਿਸ ਤੇ ਗੋਲੀਆਂ ਲੱਗੀਆਂ ਤੇ ਇੱਕ ਹੋਰ ਵਿਅਕਤੀ ਹੈ। 2 ਜਣੇ ਗੋਲੀਆਂ ਲੱਗਣ ਦੇ ਕਰਕੇ ਜ਼ਖਮੀ ਹੋਏ ਨੇ। ਹਜੇ ਕਿਸੇ ਵੀ ਸ਼ੱਕੀ ਵਿਅਕਤੀ ਦੇ ਬਾਰੇ ਪੁਲਿਸ ਨੂੰ ਪਤਾ ਨਹੀਂ ਲੱਗਿਆ, ਪਰ ਮਾਮਲੇ ਦੇ ਉੱਤੇ ਜਾਂਚ ਕੀਤੀ ਜਾ ਰਹੀ ਹੈ, ਜਿਸ ਦੇ ਬਾਰੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੋਰ ਜਾਣਕਾਰੀ ਸਾਹਮਣੇ ਆਵੇਗੀ ਤਾਂ ਉਹ ਦੱਸਣਗੇ। ਅਗਲੀ ਖਬਰ ਹੈ ਪ੍ਰਿੰਸ ਜਾਰਜ ਤੋਂ ਨਸ਼ੇ ਬਰਾਮਦ ਕੀਤੇ ਗਏ ਨੇ ਤੇ ਕੈਸ਼ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਪ੍ਰਿੰਸ ਜਾਰਜ ਆਰਸੀਐਮਪੀ ਡਾਊਨਟਾਊਨ ਸੇਫਟੀ ਯੂਨਿਟ ਦੇ ਵੱਲੋਂ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਨਾਲ ਹੀ $30,000 ਤੋਂ ਵੱਧ ਦੀ ਕੀਮਤ ਦੇ ਗੈਰ ਕਾਨੂੰਨੀ ਨਸ਼ੇ ਤੇ ਕੈਸ਼ ਬਰਾਮਦ ਕੀਤੇ ਗਏ। ਸਤੰਬਰ 24 ਦਾ ਦਿਨ ਸੀ, ਸ਼ੁੱਕਰਵਾਰ ਨੂੰ, ਜਿਸ ਦੇ ਬਾਰੇ ਪੁਲਿਸ ਅਧਿਕਾਰੀਆਂ ਨੇ ਹੁਣ ਜਾਣਕਾਰੀ ਦਿੱਤੀ ਹੈ ਕਿ ਅਧਿਕਾਰੀ ਆਮ ਦੀ ਤਰ੍ਹਾਂ ਪੈਟਰੋਲਿੰਗ ਕਰ ਰਹੇ ਸਨ 1500 ਬਲਾਕ ਤੇ ਵਿਕਟੋਰੀਆ ਸਟਰੀਟ ਦੇ ਉੱਤੇ, ਜਦੋਂ ਉਹਨਾਂ ਨੇ ਇੱਕ ਵਾਹਨ ਨੂੰ ਦੇਖਿਆ ਤੇ ਉਸ ਦੇ ਉੱਤੇ ਸ਼ੱਕ ਉਹਨਾਂ ਨੂੰ ਹੋਇਆ, ਜਿਸ ਨੂੰ ਕਿ ਉਹ ਪਹਿਲਾਂ ਵੀ ਜਾਣਦੇ ਸਨ। ਇਸ ਮੌਕੇ ਜਦੋਂ ਉਸ ਵਾਹਨ ਦੇ ਵਿੱਚ ਇੱਕ ਸ਼ੱਕੀ ਵਿਅਕਤੀ ਨਾਲ ਗੱਲਬਾਤ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਅਧਿਕਾਰੀਆਂ ਨੂੰ ਉੱਥੇ ਕ੍ਰਿਸਟਲ ਮੈਥਾਮਫੈਟਾਮਾਈਨ ਦਿਖਾਈ ਦਿੱਤੀ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਤੁਰੰਤ ਇੱਕ ਜਣੇ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਸ ਨੂੰ ਬਾਅਦ ਵਿੱਚ ਛੱਡ ਵੀ ਦਿੱਤਾ ਗਿਆ ਤੇ ਉਸ ਦੇ ਉੱਤੇ ਮਾਮਲੇ ਦਰਜ ਹੋਣੇ ਬਾਕੀ ਨੇ ਤੇ ਜਾਂਚ ਹਜੇ ਜਾਰੀ ਹੈ। ਤਾਂ ਇਸ ਮੌਕੇ ਡਾਊਨਟਾਊਨ ਸੇਫਟੀ ਯੂਨਿਟ ਮੈਂਬਰਸ ਨੇ 1 ਕਿਲੋ ਤੋਂ ਵੱਧ ਗੈਰ ਕਾਨੂੰਨੀ ਨਸ਼ਾ ਬਰਾਮਦ ਕੀਤਾ ਤੇ ਕੈਸ਼ ਬਰਾਮਦ ਕੀਤਾ। ਜੋ ਇਹ ਬਰਾਮਦਗੀ ਹੋਈ ਹੈ ਉਸ ਦੀ ਕੁੱਲ ਕੀਮਤ $30,000 ਤੋਂ ਵੱਧ ਦੇ ਨੇੜੇ ਦੀ ਦੱਸੀ ਗਈ ਹੈ। ਇਹ ਤਸਵੀਰ ਵੀ ਆਰਸੀਐਮਪੀ ਅਧਿਕਾਰੀਆਂ ਨੇ ਸਾਂਝੀ ਕੀਤੀ ਹੈ। ਸਰੀ ਦੇ ਵਿੱਚ ਸ਼ੁੱਕਰਵਾਰ ਦੀ ਰਾਤ ਨੂੰ ਇੱਕ ਇਮਾਰਤ ਨੂੰ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ। ਕਿੰਗ ਜਾਰਜ ਬੁਲੇਵਾਰਡ ਦੇ ਉੱਤੇ ਇਮਾਰਤ ਨੂੰ ਅੱਗ ਲੱਗੀ 8 ਅਕਤੂਬਰ ਦੇ ਦਿਨ, ਜਿਸ ਦੇ ਬਾਰੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ਨੇ ਕਿਹਾ ਕਿ 100-700 ਬਲਾਕ ਤੇ ਕਿੰਗ ਜਾਰਜ ਬੁਲੇਵਾਰਡ ਦੇ ਉੱਤੇ ਉਹਨਾਂ ਨੂੰ ਬੁਲਾਇਆ ਗਿਆ, ਜਿੱਥੇ ਕਿ ਕਾਲਾ ਧੂੰਆਂ ਨਿਕਲ ਰਿਹਾ ਸੀ ਤੇ ਨਾਲ ਹੀ ਭਿਆਨਕ ਅੱਗ ਇਮਾਰਤ ਨੂੰ ਲੱਗੀ ਹੋਈ ਸੀ। ਇਮਾਰਤ ਦੀ ਦੂਜੀ ਮੰਜ਼ਿਲ ਦੇ ਉੱਤੇ ਅੱਗ ਸੀ, ਜਿੱਥੇ ਕਿ ਰਾਤ ਦੇ 8 ਵਜੇ ਦੇ ਕਰੀਬ ਦਾ ਸਮਾਂ ਸੀ ਜਦੋਂ 22 ਫਾਇਰ ਫਾਈਟਰ ਮੌਕੇ ਦੇ ਉੱਤੇ ਪਹੁੰਚੇ। ਜਾਣਕਾਰੀ ਸਾਹਮਣੇ ਆਈ ਕਿ ਉਸ ਇਮਾਰਤ ਦੇ ਉੱਪਰਲੀ ਮੰਜ਼ਿਲ ਦੇ ਉੱਤੇ ਅਪਾਰਟਮੈਂਟ ਸਨ ਤੇ ਹੇਠਾਂ ਸਟੋਰ ਸਨ, ਜਿਸ ਦੇ ਵਿੱਚ ਸੈੱਲਫੋਨ ਤੇ ਕੰਪਿਊਟਰ ਦੇ ਸਟੋਰ ਸਨ ਤੇ ਉੱਪਰਲੀਆਂ ਮੰਜ਼ਿਲਾਂ ਨੂੰ ਹੀ ਜ਼ਿਆਦਾ ਨੁਕਸਾਨ ਪਹੁੰਚਿਆ, ਪਰ ਇਸ ਮੌਕੇ ਕਿਸੇ ਵੀ ਵਿਅਕਤੀ ਨੂੰ ਕੋਈ ਨੁਕਸਾਨ ਨਹੀਂ ਹੋਇਆ। ਅੱਗ ਲੱਗਣ ਦਾ ਕਾਰਨ ਜਾਂਚ ਅਧੀਨ ਹੈ। ਇਸ ਦੇ ਨਾਲ ਹੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਐਤਵਾਰ ਦੀ ਦੁਪਹਿਰ ਨੂੰ ਬਰਫ਼ ਪੈ ਸਕਦੀ ਹੈ। ਕਿਹੜੇ ਖੇਤਰਾਂ ਦੇ ਵਿੱਚ ਬਰਫ਼ ਪੈ ਸਕਦੀ ਹੈ ਤੇ ਅਧਿਕਾਰੀਆਂ ਨੇ ਕੀ ਜਾਣਕਾਰੀ ਦਿੱਤੀ ਹੈ, ਉਸ ਦੇ ਬਾਰੇ ਹੁਣ ਤੁਹਾਨੂੰ ਦੱਸਾਂਗੇ। ਇਸ ਵੀਕਐਂਡ ਬ੍ਰਿਟਿਸ਼ ਕੋਲੰਬੀਆ ਵਿੱਚ ਟਰੈਵਲ ਕਰਨ ਵਾਲਿਆਂ ਦੇ ਵਾਸਤੇ এনवायरमेंट ਕੈਨੇਡਾ ਦੇ ਵੱਲੋਂ ਸਾਵਧਾਨ ਰਹਿਣ ਦੇ ਲਈ ਕਿਹਾ ਜਾ ਰਿਹਾ ਹੈ। ਦਰਅਸਲ ਥੈਂਕਸ ਗਿਵਿੰਗ ਵੀਕਐਂਡ ਹੈ ਇਹ, ਜਿਸ ਦੇ ਵਿੱਚ ਐਤਵਾਰ ਦੇ ਦਿਨ ਬ੍ਰਿਟਿਸ਼ ਕੋਲੰਬੀਆ ਦੇ ਕਈ ਖੇਤਰਾਂ ਵਿੱਚ ਬਰਫ਼ਬਾਰੀ ਦੀ ਚੇਤਾਵਨੀ ਦਿੱਤੀ ਗਈ ਹੈ।
ਜਿਸ ਦੇ ਵਿੱਚ ਏਜੰਸੀ ਵੱਲੋਂ ਖਾਸ ਤੌਰ ਦੇ ਉੱਤੇ ਵੈਦਰ ਰਿਪੋਰਟ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਜਨਤਕ ਤੌਰ ਦੇ ਉੱਤੇ, ਤੇ ਕਿਹਾ ਗਿਆ ਹੈ ਕਿ 15 ਸੈਂਟੀਮੀਟਰ ਤੱਕ ਬਰਫ਼ ਪੈ ਸਕਦੀ ਹੈ। ਦੱਖਣੀ ਹਾਈਵੇ ਜੋ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮੌਜੂਦ ਨੇ ਉੱਥੇ ਤੇ ਐਤਵਾਰ ਦੀ ਦੁਪਹਿਰ ਦੇ ਵਾਸਤੇ ਇਹ ਚੇਤਾਵਨੀ ਦਿੱਤੀ ਗਈ ਹੈ, ਜਿਸ ਦੇ ਲਈ ਕਿਹਾ ਗਿਆ ਹੈ ਕਿ ਗੱਡੀਆਂ ਦੇ ਟਾਇਰ ਤੇ ਨਾਲ ਹੀ ਖੁਦ ਵੀ ਠੰਡ ਦੇ ਵਿੱਚ ਕਿਸ ਤਰ੍ਹਾਂ ਆਪਣੇ ਆਪ ਨੂੰ ਬਚਾਉਣਾ ਹੈ ਉਸ ਦੇ ਸੰਬੰਧੀ ਲੋਕ ਤਿਆਰੀ ਕਰਕੇ ਹੀ ਘਰਾਂ ਚੋਂ ਬਾਹਰ ਨਿਕਲਣ। ਤੇ ਇਸ ਸੰਬੰਧੀ ਸ਼ਨੀਵਾਰ ਦੀ ਦੁਪਹਿਰ ਤੱਕ ਇਨਵਾਇਰਨਮੈਂਟ ਕੈਨੇਡਾ ਦੇ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਹੈ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਸ਼ਨੀਵਾਰ ਦੀ ਰਾਤ ਨੂੰ ਵੀ ਤਾਪਮਾਨ ਕਾਫੀ ਜ਼ਿਆਦਾ ਹੇਠਾਂ ਜਾ ਸਕਦਾ ਹੈ। ਜਿਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਓਕਾਨਾਗਨ ਕਨੈਕਟਰ ਜੋ ਕਿ ਮੇਰਠ ਤੋਂ ਕਲੋਨਾ ਤੱਕ ਦਾ ਰਾਹ ਹੈ ਤੇ ਇਸ ਦੇ ਨਾਲ ਹੀ ਕੋਕਾ ਹਿਲ ਹਾਈਵੇ ਹੋਪ ਤੋਂ ਕੈਮਲੂਪਸ ਤੱਕ ਤੇ ਨਾਲ ਹੀ ਟਰਾਂਸ ਕੈਨੇਡਾ ਹਾਈਵੇ ਈਗਲ ਪਾਸ ਤੋਂ ਰੋਜਰਸ ਪਾਸ ਤੱਕ ਇਨ੍ਹਾਂ ਥਾਵਾਂ ਦੇ ਉੱਤੇ ਬਰਫ਼ਬਾਰੀ ਹੋ ਸਕਦੀ ਹੈ, ਜਿਸ ਦੇ ਲਈ ਡਰਾਈਵਰਸ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਤੇ ਨਾਲ ਹੀ ਆਪਣੇ ਵਾਹਨ ਨੂੰ ਕੁਝ ਇਸ ਤਰ੍ਹਾਂ ਤਿਆਰ ਕੀਤੇ ਜਾਣ ਦੇ ਲਈ ਕਿਹਾ ਗਿਆ ਹੈ ਕਿ ਜੇਕਰ ਬਰਫ਼ ਪੈਂਦੀ ਵੀ ਹੈ ਤਾਂ ਉਹ ਸੁਰੱਖਿਅਤ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਗੱਡੀ ਚਲਾ ਸਕਣ, ਜਿਸ ਦੇ ਬਾਰੇ ਇਹ ਜਾਣਕਾਰੀ ਅਕਤੂਬਰ 9, 2021 ਨੂੰ ਹੀ ਜਾਰੀ ਕੀਤੀ ਗਈ ਹੈ। ਅੱਗੇ ਜਾਣਕਾਰੀ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਧਿਕਾਰੀਆਂ ਨੇ ਦੱਸਿਆ ਹੈ ਕਿ ਜੋ ਇਹਨਾਂ ਗਰਮੀਆਂ ਦੇ ਦੌਰਾਨ ਇੰਨੀ ਜ਼ਿਆਦਾ ਗਰਮੀ ਪਈ ਤਾਂ ਹਾਈਵੇ ਦੇ ਉੱਤੇ ਸੜਕਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ। ਇਸ ਮੌਕੇ ਮੁੜ ਤੋਂ ਮੁਰੰਮਤ ਕਰਨੀ ਪੈ ਰਹੀ ਹੈ। ਜ਼ਿਆਦਾ ਗਰਮੀ ਹੋਣ ਦੇ ਕਰਕੇ ਸੜਕਾਂ ਨੂੰ ਜੋ ਨੁਕਸਾਨ ਪਹੁੰਚਿਆ ਉਸ ਉੱਤੇ ਹੋਰ ਜ਼ਿਆਦਾ ਖਰਚਾ ਵੀ ਆ ਰਿਹਾ ਹੈ, ਜਿਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ। ਇਸ ਦੇ ਨਾਲ ਹੀ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।